Welcome back, dear students. Today we will discuss chapter number 1 from Environmental Study book from 10 plus 2. That is the biodiversity part 1. The unit is the biodiversity. So we start with chapter 1, biodiversity part 1, and it is very important from a competitive point of view as well as UPSC. Other equally important for CBSE NCERT classes. So let's start the topic. So we are starting here chapter 1, biodiversity part 1. Dear student, if you have visit any garden, playground or piece of agriculture land, or if you walk along railway line, long highway or canal passing through city, village, you will find a wide variety of plant and animal with your naked eye. If you collect sample of soil from these regions and examine them under the microscope, you will be able to see different type of microorganism. So ਪਿਆਰੇ ਵਿਦਿਆਰਥੀਓ, ਗੱਲ ਕਰ ਰਹੇ ਹਾਂ ਇਹਦੇ ਵਿੱਚ ਕਿ ਜੇ ਅਸੀਂ ਗਾਰਡਨ ਨੂੰ ਦੇਖੀਏ, ਪਲੇਗਰਾਊਂਡ ਦੇਖੀਏ ਜਾਂ ਖੇਤੀਬਾੜੀ ਜ਼ਮੀਨ ਨੂੰ ਦੇਖੀਏ ਜਾ ਕੇ, ਜਾਂ ਰੇਲਵੇ ਲਾਈਨ ਵੱਲ ਜਾਈਏ, ਲੌਂਗ ਹਾਈਵੇ ਦੇਖੀਏ, ਨਹਿਰਾਂ ਵੱਲ ਦੇਖੀਏ, ਸ਼ਹਿਰਾਂ ਵੱਲ, ਪਿੰਡਾਂ ਵੱਲ ਦੇਖੀਏ, ਤੁਹਾਨੂੰ ਕਈ ਤਰ੍ਹਾਂ ਦੇ ਪਲਾਂਟ ਅਤੇ ਐਨੀਮਲ ਮਿਲਣਗੇ, ਪੌਦੇ ਅਤੇ ਜਾਨਵਰ ਮਿਲਣਗੇ ਜੋ ਤੁਸੀਂ ਨੰਗੀ ਅੱਖ ਨਾਲ ਦੇਖ ਸਕਦੇ ਹੋ। ਈਵਨ ਜੇ ਤੁਸੀਂ ਪਾਣੀ ਨੂੰ ਮਾਈਕਰੋਸਕੋਪ ਦੇ ਥੱਲੇ ਦੇਖੋ ਤਾਂ ਤੁਹਾਨੂੰ ਸੂਖਮ ਜੀਵ ਵੀ ਨਜ਼ਰ ਆ ਜਾਣਗੇ। ਕੰਸੈਪਟ ਕੀ ਹੈ ਬਾਇਓਡਾਇਵਰਸਿਟੀ ਦਾ? ਆਲ ਦਾ ਪਲਾਂਟਸ, ਐਨੀਮਲ ਐਂਡ ਮਾਈਕਰੋ ਆਰਗੈਨਿਜ਼ਮ ਫਾਊਂਡ ਵਿਦਿਨ ਏਰੀਆ ਔਰ ਇਕੋਸਿਸਟਮ ਰੈਫਰ ਟੂ ਐਜ਼ ਬਾਇਓਡਾਇਵਰਸਿਟੀ। ਕਿਸੇ ਏਰੀਆ ਦੇ ਵਿੱਚ ਪਲਾਂਟ, ਐਨੀਮਲ, ਮਾਈਕਰੋ ਆਰਗੈਨਿਜ਼ਮ ਜੋ ਮਿਲਦੇ ਨੇ ਉਹ ਬਾਇਓਡਾਇਵਰਸਿਟੀ ਜਾਂ ਬਾਇਓਲੋਜੀਕਲ ਡਾਇਵਰਸਿਟੀ ਬਣਾਉਂਦੇ ਨੇ। ਇਹਨੂੰ ਅਸੀਂ ਜੈਵਿਕ ਭਿੰਨਤਾ ਦਾ ਵੀ ਨਾਮ ਦਿੰਦੇ ਹਾਂ, ਜੈਵਿਕ ਭਿੰਨਤਾ ਆਮ ਪੰਜਾਬੀ ਵਿੱਚ ਇਹਦਾ ਨਾਮ ਹੈ। ਬਾਇਓਡਾਇਵਰਸਿਟੀ ਦੀ ਜਿਹੜੀ ਟਰਮ ਹੈ, ਡੈਟ ਵਾਜ਼ ਕੁਆਇਨਡ ਬਾਏ ਵਾਲਟਰ ਜੀ ਰੋਜ਼ਨ in 1986 and reintroduced by E.O. Wilson in 1994. He made concept of biodiversity so popular that today this term is used all over the world by scientists, policymakers and even by general public. So E.O. Wilson ਜੋ ਹੈ ਉਹਨੇ ਇਸ ਚੀਜ਼ ਨੂੰ ਕਾਫੀ ਪਬਲਿਸ਼ ਕੀਤਾ ਸੀ। ਵੈਲਿਊਜ਼ ਆਫ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਇਜ਼ ਹਾਈ ਵੈਲਿਊ ਅਸੈਟ ਫਾਰ ਮੈਨਕਾਈਂਡ। Biodiversity possesses value ecological, genetic, economical, scientific, social, cultural, recreational and aesthetic importance. ਵੈਲਿਊਜ਼ ਕੀ ਫਾਇਦੇ ਨੇ, ਕੀ ਮਹੱਤਤਾ ਹੈ ਬਾਇਓਡਾਇਵਰਸਿਟੀ ਦੀ, ਉਹਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਇਕੋਲੋਜੀ ਇਨਵਾਇਰਮੈਂਟ ਨਾਲ ਰਿਲੇਟਡ ਬਾਇਓਡਾਇਵਰਸਿਟੀ ਦਾ ਕੀ ਯੋਗਦਾਨ ਹੈ। ਮੈਨੀ ਇਨਵਾਇਰਮੈਂਟਲ ਸਰਵਿਸਿਜ਼ ਫ੍ਰੀ ਆਫ ਕੋਸਟ ਬਾਇਓਡਾਇਵਰਸਿਟੀ ਪ੍ਰੋਵਾਈਡ ਕਰਵਾਉਂਦੀ ਹੈ ਟੂ ਮੈਨਕਾਈਂਡ, ਮਨੁੱਖਤਾ ਨੂੰ। ਜੈਸੇ ਆਕਸੀਜਨ ਦੀ ਪ੍ਰੋਡਕਸ਼ਨ, ਆਕਸੀਜਨ ਪੌਦੇ ਦਿੰਦੇ ਨੇ, ਕਾਰਬਨ ਡਾਈਆਕਸਾਈਡ ਨੂੰ ਰੀਡਿਊਸ ਕਰਦੇ ਨੇ, ਵਾਟਰ ਸਾਈਕਲ ਅਤੇ ਮਿੱਟੀ ਨੂੰ ਬਚਾ ਕੇ ਰੱਖਣਾ, ਇਹ ਇਕੋਲੋਜੀਕਲ ਵੈਲਿਊ ਦੇ ਵਿੱਚ ਆਉਂਦਾ ਹੈ। ਡੋਡੋ ਐਂਡ ਕੈਲਵੇਰੀਅਸ ਦਾ ਕਨੈਕਸ਼ਨ। ਸੋ ਦਿਸ ਇਜ਼ ਅ ਵੈਰੀ ਲੌਂਗ ਸਟੋਰੀ ਐਂਡ ਇਹਦੇ ਵਿੱਚ ਇੱਕ ਬਹੁਤ ਪੁਰਾਣੀ ਗੱਲ ਹੈ। ਇੱਕ ਕਲੈਵੇਰੀਅਸ ਜੋ ਹੈ ਟਰੀ ਮੇਜਰ, ਜੋ ਕਿ ਮੈਰੀਕਿਊਟਸ ਇਨ ਇੰਡੀਅਨ ਓਸ਼ਨ, ਜੋ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਮਿਲਦਾ ਸੀ, ਹਿੰਦ ਮਹਾਸਾਗਰ 'ਚ, ਜੇ ਐਕਸਟਿੰਕਟ ਹੋ ਗਿਆ ਇਹ ਪੌਦਾ ਕਿਉਂਕਿ ਇਟ ਸ਼ੀਡ ਨੀਡ ਟੂ ਪਾਸ ਥਰੂ ਦਾ ਸਟਮਕ ਆਫ ਡੋਡੋ ਬਰਡ ਬਿਫੋਰ ਦੇ ਜਰਮੀਨੇਟ। ਡੋਡੋ ਬਰਡ, ਲਾਰਜ ਪਿਜਨ ਲਾਈਕ ਬਰਡ, ਇਜ਼ ਐਕਸਟਿੰਕਟ, ਨੋ ਅਦਰ ਕੈਨ ਡਿਸਪੋਜ਼ ਦਾ ਟਰੀ ਸ਼ੀਡ। ਸੋ ਡੋਡੋ ਜੋ ਬਰਡ ਸੀ ਉਹ ਕੈਲਵੇਰੀਅਸ ਟਰੀ ਦੇ ਜੋ ਬੀਜ ਖਾਂਦਾ ਸੀ, ਉਹਦਾ ਫਰੂਟ ਖਾਂਦਾ ਸੀ। ਉਹਦੇ ਬੀਜ ਜਦੋਂ ਉਹਦੇ ਸਟਮਕ 'ਚੋਂ ਜੋ ਫੀਕਲ ਮੈਟਲ ਹੋ ਕੇ ਬਾਹਰ ਨਿਕਲਦੇ ਸੀ ਤਾਂ ਹੀ ਉਹ ਜਰਮੀਨੇਟ ਕਰਦੇ ਸੀ। ਸੋ ਕੈਲਵੇਰੀਅਸ ਟਰੀ ਖਤਮ ਹੋ ਗਿਆ ਕਿਉਂਕਿ ਡੋਡੋ ਬਰਡ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਇਸ ਤਰ੍ਹਾਂ ਦੋਨੇ ਚੀਜ਼ਾਂ ਇਕੱਠੀਆਂ ਖਤਮ ਹੋ ਗਈਆਂ। ਇਹਨੂੰ ਕੋ ਐਕਸਟੈਂਸ਼ਨ ਦਾ ਨਾਮ ਲੈਂਦੇ ਨੇ, ਡੈਟ ਇਜ਼ ਕੋ ਐਕਸਟੈਂਸ਼ਨ, ਕਿਉਂਕਿ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਉੱਤੇ ਨਿਰਭਰ ਸੀ। ਸੋ ਇਸ ਟਰੀ ਨੂੰ ਸਟ੍ਰਾਬੇਰੀ ਲਾਈਕ ਫਰੂਟ ਲੱਗਦਾ ਸੀ ਜੋ ਕਿ ਡੋਡੋ ਬਰਡ ਨੂੰ ਕਾਫੀ ਪਸੰਦ ਸੀ ਐਂਡ ਡੋਡੋ ਬਰਡ ਦੇ ਸ਼ਿਕਾਰ ਦੇ ਨਾਲ ਕੈਲਵੇਰੀਅਸ ਟਰੀ ਵੀ ਖਤਮ ਹੋ ਗਿਆ। ਈਕੋਲੋਜੀਕਲ ਵੈਲਿਊ। ਜੈਨੇਟਿਕ ਵੈਲਿਊ। ਫਰੋਮ ਦਾ immemorial time, farmers are developing better variety of crop
and domestic animal through the artificial selection. Today it is done by selecting useful gene from wild variety and introducing into a domesticated species। ਯਾਨੀ ਜੋ ਜਿਨਸਾਂ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਕੁਛ ਖਾਸ ਗੁਣ ਨੇ, ਜਿੱਦਾਂ ਕੋਈ ਪੌਦਾ ਉਹਦੀ ਦਵਾਈ ਬਣਦੀ ਹੈ, ਵਧੀਆ ਫਰੂਟ ਹੁੰਦਾ ਹੈ, ਜ਼ਿਆਦਾ ਆਕਸੀਜਨ ਪ੍ਰੋਡਿਊਸ ਕਰਦਾ ਹੈ, ਜਾਂ ਗਾਵਾਂ ਮੱਝਾਂ ਦੁੱਧ ਜ਼ਿਆਦਾ ਦਿੰਦੀਆਂ ਨੇ, ਜਾਂ ਅੰਡਾ ਦੇਣ ਵਾਲੀ ਵਰਾਇਟੀ ਮੁਰਗੀ ਦੀ ਗੱਲ ਕਰੀਏ, ਜੋ ਜੀਨ ਕਿਸੇ ਵਿੱਚ ਖਾਸ ਹੁੰਦਾ ਹੈ ਉਹ ਪਹਿਲੇ ਸਿਲੈਕਸ਼ਨ ਦੇ ਨਾਲ, ਦੋਗਲਾਕਰਨ ਹਾਈਬ੍ਰਿਡਾਈਜੇਸ਼ਨ ਦੇ ਨਾਲ ਤਿਆਰ ਕਰਦੇ ਸੀ ਕਾਫੀ ਪੁਰਾਣੇ ਸਮੇਂ ਤੋਂ। ਹੁਣ ਜੈਨੇਟਿਕ ਇੰਜੀਨੀਅਰਿੰਗ ਆ ਗਈ ਹੈ। ਜੈਨੇਟਿਕ ਇੰਜੀਨੀਅਰਿੰਗ ਦੇ ਨਾਲ ਜੋ ਯੂਸਫੁਲ ਜੋ ਜੀਨ ਨੇ ਉਹ ਕੱਢ ਕੇ ਐਨੀਮਲ ਦੇ ਉਹ ਤੋਂ ਮਾਈਕਰੋ ਆਰਗੈਨਿਜ਼ਮ ਵਿੱਚ ਉਹਨੂੰ ਪਾ ਕੇ ਪ੍ਰੋਡਕਟ ਲੈ ਜਾਂਦੇ ਨੇ। ਸੋ ਇੱਕ ਜੈਨੇਟਿਕ ਵੈਲਿਊ ਹੈ। ਜਿਸ ਤਰ੍ਹਾਂ ਰਾਈਸ ਗਰੋਨ ਇਨ ਏਸ਼ੀਆ ਇਜ਼ ਪ੍ਰੋਟੈਕਟਡ ਫੋਰ ਡਿਡੀਜ਼ ਬਾਈ ਜੀਨ ਟੇਕਨ ਫਰੋਮ ਵਾਈਲਡ ਰਾਈਸ ਸਪੀਸੀਜ਼। ਜਿਹੜਾ ਰਾਈਸ ਹੈ ਜੋ ਏਸ਼ੀਆ 'ਚ ਗਰੋ ਕੀਤਾ ਜਾਂਦਾ ਉਹਦੇ ਵਿੱਚ ਜੰਗਲੀ ਵਰਾਇਟੀ ਓਰਾਈਜ਼ੀਆ ਨਿਵੇਰੀਆ ਜੋ ਇੰਡੀਆ ਦੀ ਹੈ ਇਹਦੇ ਜੀਨ ਐਡ ਕੀਤੇ ਨੇ। ਇਹ ਨਾਲ 4 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹਦੇ ਵਿੱਚ ਜੋ ਡਿਡੀਜ਼ ਪ੍ਰੋਟੈਕਸ਼ਨ ਦੀ ਕੁਆਲਿਟੀ ਹੈ। ਇਕਨੋਮਿਕਲ ਪੈਸੇ ਨਾਲ ਰਿਲੇਟਡ, ਪੈਸੇ ਨਾਲ ਉਹਦਾ ਰੁਜ਼ਗਾਰ ਜੁੜਿਆ ਹੋਇਆ ਇਹਦੇ ਨਾਲ, ਜਿਸ ਤਰ੍ਹਾਂ ਭੋਜਨ, ਫੂਡ, ਕਲੋਥਿੰਗ, ਕੱਪੜਾ, ਬਿਲਡਿੰਗ ਮਟੀਰੀਅਲ, ਟ੍ਰੈਡੀਸ਼ਨਲ ਮੈਡੀਸਨ, ਫਰੂਟ ਫਰੋਮ ਫੋਰੈਸਟ, fishermen totally depend on fish and edible aquatic animal. So these are the economical values. For example, a single tree provides so many products of economical importance. It is habitat for living thing. It also play a role in conserving soil and water. So ਇੱਕ ਸਿੰਗਲ ਦਰਖਤ ਦੀ ਜੇ ਗੱਲ ਕਰੀਏ ਉਹ ਤੋਂ ਲੱਖਾਂ ਤਰ੍ਹਾਂ ਦੇ ਫਾਇਦੇ ਨੇ। ਫਰੀ ਆਕਸੀਜਨ ਦਿੰਦਾ ਹੈ, ਬਾਲਣ ਦੀ ਲੱਕੜੀ, ਫਲ ਫਰੂਟ, ਅਤੇ ਮਿੱਟੀ ਨੂੰ ਬਚਾਉਂਦਾ ਹੈ, ਮਿੱਟੀ ਦੇ ਜਿਹੜੇ ਮਾਈਕਰੋ ਆਰਗੈਨਿਜ਼ਮ ਹੈ ਉਹਨੂੰ ਵੀ ਬਚਾਉਂਦਾ ਹੈ। So according to the paper presented in Indian Science Congress held in Varanasi in January 1981, valuation for a 15-year-old tree at rate prevailing that time was rupees 15.7 lakh. The bifurcation of this value arrived under. So ਇੱਕ ਦਰਖਤ ਦੀ ਜੋ ਕੀਮਤ ਹੈ ਉਹ ਕਿਸ ਤਰ੍ਹਾਂ ਨਾਪੀ ਗਈ ਹੈ। ਆਕਸੀਜਨ ਦਿੰਦਾ ਹੈ ਪੇੜ, ਟਰੀ ਦੀ ਗੱਲ ਕੀਤੀ ਗਈ ਹੈ ਇੱਥੇ। ਯੂ ਕੈਨ ਸੀ ਹੀਅਰ ਸਟੂਡੈਂਟਸ, ਆਕਸੀਜਨ ਕਿੰਨੇ ਮਹਿੰਗੀ ਹੈ, 2.5 ਲੱਖ ਦੀ। ਏਅਰ ਪੋਲਿਊਸ਼ਨ ਕੰਟਰੋਲ ਕਰਦਾ 5 ਲੱਖ। ਰਿਟੈਂਸ਼ਨ ਫਰਟੀਲਿਟੀ ਆਫ ਸੋਇਲ 2.5 ਲੱਖ। ਸੋ ਇਹ ਸਾਰੇ ਖਰਚੇ ਬਚਾਉਂਦਾ ਹੈ। 20,000 ਰੁਪਏ ਦੀ ਪ੍ਰੋਟੀਨ। ਸੋ 15.5 ਲੱਖ ਤੋਂ ਜ਼ਿਆਦਾ ਇੱਕ ਟਰੀ ਫਾਇਦਾ ਦਿੰਦਾ ਹੈ। ਇੱਕ ਪੇਪਰ ਦੇ ਵਿੱਚ ਰਿਸਰਚ 'ਚ ਪਬਲਿਸ਼ ਹੋਇਆ ਸੀ। ਸੋ ਇੱਕ ਇੰਟਰਸਟਿੰਗ ਚੀਜ਼ ਹੈ। ਸਾਇੰਟੀਫਿਕ ਵੈਲਿਊ, ਜੋ ਵਿਗਿਆਨਿਕ ਨੇ ਉਹਨਾਂ ਨੂੰ ਕਾਫੀ ਯੂਸਫੁਲ ਜੀਨ ਮਿਲਦੇ ਨੇ ਬਾਇਓਡਾਇਵਰਸਿਟੀ 'ਚੋਂ, ਖੋਜ ਕਰਨ 'ਚ ਹੈਲਪ ਹੁੰਦੀ ਹੈ। ਜਿਸ ਤਰ੍ਹਾਂ BT ਕੋਟਨ ਹੈ, ਇਹ ਵਰਾਇਟੀ ਤਿਆਰ ਕੀਤੀ ਗਈ ਹੈ। BT ਦਾ ਮੀਨਿੰਗ ਹੈ ਬੈਸਿਲਸ ਥਰੰਜਨੈਸਿਸ। ਬੈਸਿਲਸ ਥਰੰਜਨੈਸਿਸ ਇੱਕ ਬੈਕਟੀਰੀਆ ਹੈ। ਇਹਦੇ ਜੀਨ ਜੋ ਨੇ ਇਹ ਕੋਟਨ ਦੇ ਵਿੱਚ ਪਾਏ ਜਾਂਦੇ ਨੇ। ਕਪਾਹ ਦੇ ਵਿੱਚ ਵਰਾਇਟੀ ਤਿਆਰ ਕੀਤੀ ਗਈ ਸ਼ੀਟ 'ਚ ਪਾ ਕੇ। ਇਹਦੀ ਵਜ੍ਹਾ ਨਾਲ ਜੋ ਕੀੜਾ, ਜੋ ਬੋਲ ਬੋਮ ਹੈ, ਪਿੰਕ ਬੋਲ ਬੋਮ ਕੀੜਾ ਜੋ ਕਪਾਹ ਨੂੰ ਲੱਗਦਾ ਹੈ, ਕਪਾਹ ਦੀ ਫਸਲ ਨੂੰ ਨਸ਼ਟ ਕਰਦਾ ਹੈ, ਉਹ ਅਸਰ ਨਹੀਂ ਕਰਦਾ, ਉਹ ਮਰ ਜਾਂਦਾ ਹੈ। ਇਹਦੇ ਪੱਤਿਆਂ ਦੇ ਵਿੱਚ ਇੱਦਾਂ ਦੀ ਪ੍ਰੋਟੀਨ ਬਣਦੀ ਹੈ ਜੋ ਉਹਦੇ ਵਾਸਤੇ ਜ਼ਹਿਰ ਹੈ। ਸੋ BT ਕੋਟਨ ਜਿਹੜੀ ਹੈ ਕਾਫੀ ਜ਼ਿਆਦਾ ਫੇਮਸ ਹੈ। ਮੈਡੀਸਨਲ ਵੈਲਿਊ, ਜਿੱਦਾਂ ਕੁਨੀਨ ਓਬਟੇਨ ਫਰੋਮ ਜੈਲੋ ਚਿਨਕੋਨਾ। ਕੁਨੀਨ ਇੱਕ ਦਵਾਈ ਮਲੇਰੀਆ ਵਾਸਤੇ ਯੂਜ਼ ਕੀਤੀ ਜਾਂਦੀ। ਪੈਨਸਿਲੀਨੀਅਮ ਐਂਟੀਬਾਇਓਟਿਕ ਹੈ ਜੋ ਪੈਨਸਿਲੀਨੀਅਮ ਫੰਗਸ ਤੋਂ ਆਉਂਦੀ ਹੈ। ਡਿਜੀਟੌਕਸਿਨ ਜੋ ਫੋਗਲੋਬ ਯੂਜ਼ ਇਨ ਹਾਰਟ ਡਿਡੀਜ਼ ਤੋਂ ਲਈ ਜਾਂਦੀ ਹੈ। ਯਾਨੀ ਡਿਜੀਟੌਕਸ ਜੋ ਹੈ ਟੌਕਸਿਨ ਇੱਕ ਹਾਰਟ ਦੀ ਦਵਾਈ ਹੈ, ਇਹ ਵੀ ਪਲਾਂਟ ਤੋਂ ਆਉਂਦੀ ਹੈ। ਤੁਲਸੀ ਜੋ ਹੈ ਇਹਦੇ ਕਾਫੀ ਫਾਇਦੇ ਨੇ। ਫੀਵਰ, ਗਲੇ ਦੀ ਪ੍ਰੋਬਲਮ ਹੋਵੇ ਤੁਲਸੀ ਠੀਕ ਕਰ ਦਿੰਦੀ ਹੈ। ਐਟ ਪ੍ਰੈਜੈਂਟ 25% ਆਫ ਡਰੱਗ ਡਰਾਈਵ ਫਰੋਮ 120 ਸਪੀਸੀਜ਼ ਆਫ ਪਲਾਂਟ। 25% ਜੋ ਦਵਾਈਆਂ ਨੇ 120 ਸਪੀਸੀਜ਼ ਪਲਾਂਟ ਦੀਆਂ ਤੋਂ ਹੀ ਮਿਲਦੀਆਂ ਨੇ। ਇੰਡਸਟਰੀਲਿਸਟ ਦੇ ਵਾਸਤੇ ਬਾਇਓਡਾਇਵਰਸਿਟੀ ਜੋ ਰਿਚ ਸੋਰਸ, ਕਾਫੀ ਕਮਰਸ਼ੀਅਲ ਪ੍ਰੋਡਕਟ ਜੋ ਬਾਇਓਡਾਇਵਰਸਿਟੀ ਦਿੰਦੀ ਹੈ ਉਦਯੋਗਾਂ ਦੇ ਵਾਸਤੇ, ਲਾਈਕ ਹਨੀ, ਸ਼ਹਿਦ, ਮੁੱਲ, ਉੱਨ ਹੋ ਗਈ, ਰਬੜ, ਟਰਪੀਨਾਈਨ ਆਇਲ, ਸੈਂਡਲਵੁੱਡ, ਚੰਦਨ ਦੀ ਲੱਕੜੀ, ਡਾਈ ਐਂਡ ਵੈਕਸਿਸ, ਇਹ ਸਾਰਾ ਸਾਨੂੰ ਪੌਦਿਆਂ ਤੋਂ ਮਿਲਦਾ ਹੈ। ਨੈਕਸਟ ਇਜ਼ ਦਾ ਸੋਸ਼ਲ ਵੈਲਿਊ। ਬਾਇਓਡਾਇਵਰਸਿਟੀ ਜੋ ਹੈ ਕਲੋਜ਼ਲੀ ਲਿੰਕਡ ਵਿਦ ਦਾ ਸੋਸ਼ਲ ਕੰਸਰਨ। ਮੈਨੀ ਟ੍ਰੈਡੀਸ਼ਨਲ ਕਮਿਊਨਿਟੀ ਸਚ ਐਜ਼ ਦਾ ਸੋਸਾਇਟੀ ਆਰ ਨੋਨ ਐਜ਼ ਦਾ ecosystem people. So value biodiversity as part of livelihood.
cultivate many crop at a time in traditional way which act as a insurance against the failure of one crop। ਸਮਾਜ ਦੀ ਬਣਤਰ ਬਣਦੀ ਹੈ ਕਿਉਂਕਿ ਸਮਾਜ ਸਾਡਾ ਬਾਇਓਡਾਇਵਰਸਿਟੀ ਨਾਲ ਜੁੜਿਆ ਹੋਇਆ ਹੈ। ਹਰੇਕ ਕਿੱਤੇ 'ਚ ਅਲੱਗ ਅਲੱਗ ਤਰ੍ਹਾਂ ਦੀ ਫਸਲ ਹੈ, ਕੋਈ ਕਣਕ, ਕੋਈ ਝੋਨਾ ਹੋ ਗਿਆ, ਕੋਈ ਜੌਂ ਹੋ ਗਏ, ਕੋਈ ਬਾਜਰਾ ਹੋ ਗਿਆ, ਮੱਕੀ ਹੋ ਗਈ, ਅਲੱਗ ਅਲੱਗ ਤਰ੍ਹਾਂ ਦੀ ਫਸਲ ਹੈ। ਇਹਨਾਂ ਭੁੱਖਮਰੀ ਦੀ ਸਮੱਸਿਆ ਨਹੀਂ ਆਉਂਦੀ। ਅਲੱਗ ਅਲੱਗ ਵਿਭਿੰਨਤਾ ਦੇ ਨਾਲ ਅਸੀਂ ਕਿਸੇ ਵੀ ਤਰ੍ਹਾਂ ਦਾ ਅਨਾਜ ਖਾ ਕੇ ਗੁਜ਼ਾਰਾ ਕਰ ਸਕਦੇ ਹਾਂ। ਇੱਕ ਸਮਾਜ ਨੂੰ ਬਚਾ ਕੇ ਰੱਖਦਾ ਹੈ। ਕਲਚਰਲ ਵੈਲਿਊ, ਸਾਡਾ ਕਈ ਤਰ੍ਹਾਂ ਦਾ ਕਲਚਰ ਵੀ ਇਹਦਾ ਜੁੜਿਆ ਹੋਇਆ। ਯੂ ਕੈਨ ਸੀ ਫਰੋਮ ਕਸ਼ਮੀਰ ਟੂ ਕੰਨਿਆ ਕੁਮਾਰੀ, ਜਿਸ ਤਰ੍ਹਾਂ ਤੁਲਸੀ ਪਲਾਂਟ ਹੈ, ਪਿੱਪਲ ਜੋ ਹੈ ਇਹਦੀ ਪੂਜਾ ਕੀਤੀ ਜਾਂਦੀ ਹੈ। ਮੈਨੀ ਬਰਡ, ਜਿਸ ਤਰ੍ਹਾਂ ਸਨੇਕ ਦੀ ਪੂਜਾ ਕੀਤੀ ਜਾਂਦੀ, ਸੱਪ ਦੀ। ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਫੈਸਟੀਵਲ ਹੈ ਨਾਗ ਪੰਚਮੀ, ਇਹ ਸੱਪਾਂ ਦੇ ਨਾਲ ਪ੍ਰਸਿੱਧ ਹੈ। ਸੋ ਇਹ ਸਾਡੇ ਇੱਕ ਕਲਚਰ ਦਾ ਪਾਰਟ ਹੈ। ਅਸਥੈਟਿਕ ਔਰ ਰੀਕ੍ਰੀਏਸ਼ਨਲ, ਜੋ ਮਨ ਨੂੰ ਖੁਸ਼ੀ ਦਿੰਦੀ ਹੈ, ਮਨੋਰੰਜਨ ਦਾ ਸਾਧਨ ਵੀ ਹੈ ਬਾਇਓਡਾਇਵਰਸਿਟੀ। ਟੂਰਿਜ਼ਮ, ਜੋ ਟੂਰਿਸਟ ਜਾਂਦੇ ਨੇ ਪਹਾੜੀ ਸੈਰ ਕਰਨ ਦੇ ਵਿੱਚ, ਕੁੱਲੂ ਮਨਾਲੀ ਹਿਮਾਚਲ ਜਾਂਦੇ ਨੇ, ਸ਼ਿਮਲਾ ਜਾਂਦੇ ਨੇ, ਜੰਗਲੀ ਏਰੀਆ ਨੈਸ਼ਨਲ ਪਾਰਕ ਸੈਂਚੁਰੀ 'ਚ ਜਾਂਦੇ ਨੇ, ਇਹ ਇੱਕ ਰੀਕ੍ਰੀਏਸ਼ਨਲ ਵੈਲਿਊ ਹੈ। ਡਾਂਸਿੰਗ ਮੋਰ, ਜਦੋਂ ਮੋਰ ਪਹਿਲਾਂ ਪਾਉਂਦਾ ਹੈ ਬੜਾ ਸੁਹਾਵਣਾ ਲੱਗਦਾ ਹੈ, ਦੈਟ ਇਜ਼ ਅਸਥੈਟਿਕ ਵੈਲਿਊ। ਸੋ ਦੀਜ਼ ਆਰ ਦਾ static values of biodiversity. I hope you have understood well. Next topic here is the level of biodiversity. Ecologists all over the world are preparing conservation plan for biodiversity. So it has now become necessary to study different level of biodiversity. Biodiversity जो है ये basically 3 level ने: genetic, species, ecosystem। Genetic ਦੇ ਵਿੱਚ variation of gene within the species which are passed on the generation. The diversity with the gene and chromosome can produce different variety. So ਅਲੱਗ-ਅਲੱਗ ਤਰ੍ਹਾਂ ਦੇ ਜੀਨ ਜੋ ਨੇ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ। ਜੋ ਦੇਸੀ ਨਸਲਾਂ ਵਰਾਇਟੀਆਂ ਖਤਮ ਹੋ ਗਈਆਂ ਨੇ, ਉਹਨੂੰ ਜਿਹੜੀਆਂ ਬੱਚੀਆਂ ਨੇ, ਜੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਤਾਂ ਸਾਨੂੰ ਜੀਨਾਂ ਦੀ ਸੁਰੱਖਿਆ ਕਰਨੀ ਹੋਏਗੀ, ਦੇਸੀ ਵਰਾਇਟੀਆਂ ਤਿਆਰ ਕਰਨੀਆਂ ਹੋਣਗੀਆਂ। ਇਹ ਜੈਨੇਟਿਕ ਡਾਇਵਰਸਿਟੀ ਤੋਂ ਹੀ ਪਤਾ ਲੱਗਦਾ ਹੈ। ਸਪੀਸੀਜ਼ ਦੇ ਵਿੱਚ ਅਲੱਗ-ਅਲੱਗ ਸਪੀਸੀਜ਼ ਦੇ ਬਾਰੇ ਪਤਾ ਲੱਗਦਾ ਹੈ। ਦਿਸ ਇਜ਼ ਓਨਲੀ ਅ ਫਰੈਕਸ਼ਨ ਆਫ ਵਾਟ ਰੀਅਲੀ ਐਗਜ਼ਿਸਟ। ਮੈਨੀ ਨਿਊ ਸਪੀਸੀਜ਼ ਆਫ ਪਲਾਂਟ ਐਂਡ ਐਨੀਮਲ ਬੀਂਗ ਆਈਡੈਂਟੀਫਾਈ ਰਿਸਰਚਰ ਆਲ ਓਵਰ ਦਾ ਵਰਲਡ। ਸਪੀਸੀਜ਼ ਡਾਇਵਰਸਿਟੀ ਕੈਨ ਸੀ ਇਨ ਬੋਥ ਨੈਚੁਰਲ ਇਕੋਸਿਸਟਮ ਐਂਡ ਐਗਰੀਕਲਚਰ। ਡਾਇਵਰਸਿਟੀ ਦੇ ਉੱਤੇ ਸਪੀਸੀਜ਼ ਹਰ ਰੋਜ਼ ਵਿਗਿਆਨਿਕ ਨਵੀਂ ਸਪੀਸੀਜ਼ ਦੀ ਖੋਜ ਕਰਦੇ ਨੇ। ਕਾਫੀ ਕੁਛ ਨੇਚਰ ਦੇ ਵਿੱਚੋਂ ਜੋ ਲੱਭਣਾ ਬਾਕੀ ਹੈ, ਕਾਫੀ ਕੁਛ ਬਿਨਾਂ ਲੱਭੇ ਹੀ ਖਤਮ ਹੋ ਗਿਆ ਕਿਉਂਕਿ ਹਿਊਮਨ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਸੋ ਸਪੀਸੀਜ਼ ਡਾਇਵਰਸਿਟੀ ਵੀ ਕਾਫੀ ਰੋਲ ਪਲੇ ਕਰਦੀ ਹੈ। ਸੋ ਯੂ ਕੈਨ ਸੀ ਵੀ ਸ਼ੇਅਰ ਆਵਰ ਪਲੈਨਟ ਵਿਦ, ਸਾਡੇ ਗ੍ਰਹਿ ਜੋ ਧਰਤੀ ਹੈ ਇਹਦੇ ਉੱਤੇ 5000 ਤਰ੍ਹਾਂ ਦੇ ਵਾਇਰਸ, 4700 ਬੈਕਟੀਰੀਆ, 40000 ਐਲਗੀ, 47000 ਫੰਜਾਈ, ਬਾਕੀ ਤੁਸੀਂ ਪੜ੍ਹ ਸਕਦੇ ਹੋ। ਇਹ ਇਸ ਤਰ੍ਹਾਂ ਦੇ ਜੋ ਸਪੀਸੀਜ਼ ਨੇ ਹੁਣ ਤੱਕ ਅਸੀਂ ਇਹਨਾਂ ਨੂੰ ਡਿਸਕਵਰ ਕੀਤਾ ਹੋਇਆ, ਪਰ ਬਾਕੀ ਅਜੇ ਕਈ ਕੁਛ ਡਿਸਕਵਰ ਕਰਨਾ ਬਾਕੀ ਹੈ। ਦਿਸ ਇਜ਼ ਦਾ ਸਪੀਸੀਜ਼ ਲੈਵਲ। ecosystem, in the ecosystem there is a community and environment form an interacting entity that is called ecosystem. There are the different type of ecosystem जैसे forest, grassland, desert, mountain, aquatic ecosystem जुड़े ने, ਉਹ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ। ਲਿਵਿੰਗ ਅਤੇ ਨੋਨ ਲਿਵਿੰਗ ਇੱਕ ਦੂਸਰੇ ਦੇ ਉੱਤੇ ਡਿਪੈਂਡ ਹੈ। ਜੇ ਅਸੀਂ ਲਿਵਿੰਗ ਪਲਾਂਟ ਨੂੰ ਖ਼ਤਮ ਕਰ ਦਿਆਂਗੇ ਤਾਂ ਐਨੀਮਲ ਦੀ ਇੰਪੋਰਟੈਂਸ ਖਤਮ ਹੋ ਜਾਏਗੀ, ਐਨੀਮਲ ਆਪਣੇ ਆਪ ਖਤਮ ਹੋ ਜਾਣਗੇ। ਜੇ ਪਾਣੀ ਦੇ ਸਰੋਤ ਨਹੀਂ ਬਚਣਗੇ, ਪੌਦੇ ਨਹੀਂ ਉੱਗਣਗੇ। ਸੋ ਦੇਰ ਆਲ ਦੀਜ਼ ਥਿੰਗਸ ਆਰ ਇੰਟਰਲੇਟਡ ਵਿਦ ਵਨ ਅਨਦਰ। ਸੋ ਦਿਸ ਇਜ਼ ਦਾ ਈਕੋਸਿਸਟਮ ਡਾਇਵਰਸਿਟੀ। ਸੋ ਯੂ ਕੈਨ ਸੀ ਡਿਫਰੈਂਟ ਟਾਈਪ ਆਫ ਈਕੋਸਿਸਟਮ। ਦੇਰ ਇਜ਼ ਦਾ ਮੈਨਗਰੂਵ, ਦਲਦਲ ਵਾਲੇ ਏਰੀਆ ਦੇ ਉੱਤੇ ਵੀ ਈਕੋਸਿਸਟਮ ਹੈ। ਗ੍ਰਾਸਲੈਂਡ, ਘਾਹ ਦੇ ਮੈਦਾਨ 'ਤੇ ਅਲੱਗ ਤਰ੍ਹਾਂ ਦੇ ਜਾਨਵਰ, ਪੌਦੇ। ਟ੍ਰੋਪੀਕਲ ਰੇਨਫੋਰਸਟ, ਜੋ ਵਰਸ਼ਾਵਣ ਨੇ। ਵੈਟਲੈਂਡ, ਜਿੱਥੇ ਪਾਣੀ ਖੜਾ ਰਹਿੰਦਾ, ਗਿੱਲੀ ਮਿੱਟੀ। ਕੋਰਲਸ, ਇਹ ਸਮੁੰਦਰਾਂ ਦੇ ਨੀਚੇ ਜੋ ਸਰਫੇਸ ਹੈ ਉਹ 'ਚ ਸੀਲੈਂਟਰੇਟਸ ਰਹਿੰਦੇ ਨੇ। ਡਿਫਰੈਂਟ ਤਰ੍ਹਾਂ ਦੇ ਐਨੀਮਲ ਉੱਥੇ ਲੁਕਦੇ ਨੇ, ਕਾਫੀ ਡਾਇਵਰਸਿਟੀ ਬਣਦੀ ਹੈ। ਸੋ ਦਿਸ ਇਜ਼ ਡਿਫਰੈਂਟ ਟਾਈਪ ਆਫ ਈਕੋ ਸਿਸਟਮ। ਬੈਲੈਂਸ ਇਨ ਨੇਚਰ, ਸੋ ਦੇਰ ਇਜ਼ ਨੀਡ ਏ ਬੈਲੈਂਸ। ਸੋ ਵੀ ਹੈਵ ਡਿਸਟਰਬ ਦਾ ਬੈਲੈਂਸ, ਇਟ ਇਜ਼ ਵੈਰੀ ਮਚ ਕਲੀਅਰ। ਅਸੀਂ ਨੇਚਰ ਦੇ ਨਾਲ ਕਾਫੀ ਜ਼ਿਆਦਾ ਇੰਟਰਫੇਰੈਂਸ ਕੀਤੀ ਹੈ। ਵਿਦ ਡੈਟ ਇੰਟਰਫੇਰੈਂਸ ਦਾ ਨੇਚਰ ਇਜ਼ ਟੋਟਲੀ ਇੰਬੈਲੈਂਸਡ। So we have introduced artificial things, chemical fertilizers, industrialization, increasing population. All these have disturbed the balance. There are the two major forces working in nature to prevent the balance. So nature ਦੇ ਵਿੱਚ ਵੈਸੇ ਵੀ balance ਨਹੀਂ ਬਣਿਆ ਰਹਿੰਦਾ।
ਇੱਕ ਤੋਂ ਐਕਸਟਰਨਲ, ਇੱਕ ਇੰਟਰਨਲ। ਐਕਸਟਰਨਲ ਦੇ ਵਿੱਚ ਕੋਈ ਬਾਹਰੋਂ ਆ ਜਾਂਦੇ, ਜਿਸ ਤਰ੍ਹਾਂ ਸਟੋਮ ਆ ਗਿਆ, ਤੂਫਾਨ, ਫਲੱਡ, ਹੜ੍ਹ ਆ ਗਏ, ਅੱਗ ਲੱਗ ਗਈ, ਕੀੜੇ ਆ ਗਏ। ਇਹਦੇ ਨਾਲ ਲੈਂਡਸਲਾਈਡ, ਕਈ ਵਾਰ ਮਿੱਟੀ ਖਿਸਕ ਜਾਂਦੀ ਹੈ, ਜ਼ਮੀਨ ਖਿਸਕ ਜਾਂਦੀ ਹੈ। ਸੋ ਬੈਲੈਂਸ ਨਹੀਂ ਬਣਿਆ ਰਹਿੰਦਾ। ਦੈਨ ਦਾ ਲੈਂਡ ਯੂਜ਼ ਫਾਰ ਐਗਰੀਕਲਚਰ, ਜਿਸ ਤਰ੍ਹਾਂ ਐਮਾਜੋਨ ਹੈ, ਇਹਨੂੰ ਖ਼ਤਮ ਕੀਤਾ ਗਿਆ, ਬਾਹਰ ਅਸੀਂ ਪ੍ਰਭਾਵ ਪਾਇਆ। ਸੋ ਐਮਾਜੋਨ ਜੋ ਫੋਰੈਸਟ ਹੈ, ਉਹਨੂੰ ਧਰਤੀ ਦੇ ਫੇਫੜੇ ਗਿਣਿਆ ਜਾਂਦਾ ਹੈ, ਲੰਗਸ ਗਿਣਿਆ ਜਾਂਦਾ ਹੈ। ਹੁਣ ਉਹਦੇ 'ਤੇ ਵੀ ਅੱਗ ਲਗਾ ਕੇ ਉਹਨੂੰ ਖ਼ਤਮ ਕਰ ਦਿੱਤਾ ਹੈ। ਸੋ ਇਹਨਾਂ ਬੈਲੈਂਸ ਖ਼ਤਮ ਹੋਇਆ ਹੈ। ਸਵਾਨਾ ਗ੍ਰਾਸਲੈਂਡ, ਇਹ ਵੀ ਖ਼ਤਮ ਕੀਤਾ ਗਿਆ। ਇੰਟਰਨਲ ਫੋਰੈਸਟ, ਇੰਟਰਨਲ ਜੋ ਜੈਡ ਫੋਰਸਿਸ ਨੇ, ਜਿਸ ਤਰ੍ਹਾਂ ਅੰਦਰੋਂ ਧਰਤੀ ਦੀ ਪਲੇਟਸ ਨੇ, ਉਹਦੇ ਵਿੱਚ ਜਦੋਂ ਟੈਕਟੋਨਿਕ ਪਲੇਟ ਹਿਲਦੀ ਹੈ ਅਤੇ ਹੜ੍ਹ ਆ ਜਾਂਦੇ ਨੇ, ਭੂਚਾਲ ਆ ਜਾਂਦੇ ਨੇ। ਸੋ ਲਾਵਾ ਫੁੱਟਦਾ ਹੈ ਅੰਦਰੋਂ, ਜੋ ਫੈਕਟ ਨੇ, ਦੀਜ਼ ਆਰ ਦਾ ਇੰਟਰਨਲ ਫੈਕਟਰਸ। I hope you have very much understood that. Cats parachuted. So some year ago, DDT was sent Gyanpur by health service to control the mosquito which spread malaria. DDT spray not only wiped out mosquito but accumulated in the lizard which are ate them. Due to accumulation, lizard become inactive and slow, so cat easily catch them. With it was observed that many caterpillar move into feed roofing material of home or village. Then it was realized that previously lizard kept control population of mosquito which are eaten by cat. No, the cat ate the lizard, died due to DDT poisoning. Then the rat moved with a new danger, plague. Official sent out emergency call for cat, and cat was sent in by airplane and dropped by parachutes. So you can take a lesson from this. So from this cat parachuted, we can understand that the chemical effect. So ਗਿਆਨਪੁਰ ਏਰੀਆ ਜੋ ਇੰਡੀਆ ਦਾ ਹੈ, ਉਹਦੇ ਵਿੱਚ ਮਲੇਰੀਆ ਖ਼ਤਮ ਕਰਨ ਲਈ DDT ਯੂਜ਼ ਕੀਤੀ ਗਈ। ਪਰ ਜਿਹੜੇ ਮੱਛਰ ਸੀ, ਜੋ ਕਿਰਲੀਆਂ, ਲਿਜ਼ਾਰਡਸ, ਉਹਨੂੰ ਖਾ ਲੈਂਦੀਆਂ ਸੀ। ਸੋ DDT ਦੇ ਨਾਲ ਮੱਛਰ ਤਾਂ ਮਰ ਗਏ, ਪਰ DDT ਜਿਹੜੀ ਲਿਜ਼ਾਰਡ ਦੇ ਅੰਦਰ ਚਲ ਗਈ, ਉਹਦੇ ਨਾਲ ਉਹ ਇਨਐਕਟਿਵ ਹੋ ਗਈਆਂ ਅਤੇ ਉਹਦੇ ਨਾਲ ਕੈਟਸ ਆਰਾਮ ਨਾਲ ਲਿਜ਼ਾਰਡ ਨੂੰ ਖਾਣਾ ਸ਼ੁਰੂ ਕਰ ਦਿੱਤਾ। ਸੋ ਉਹਦੇ ਨਾਲ ਇਹ ਵੀ ਦੇਖਿਆ ਗਿਆ ਕਿ ਮੈਨੀ ਕੈਟਰਪਿਲਰਸ ਮੂਵ ਇਨਟੂ ਫੀਡ ਔਨ ਦਾ ਰੂਫਿੰਗ ਮਟੀਰੀਅਲ ਆਫ ਹੋਮ ਐਂਡ ਡੈਟ ਵਿਲੇਜ। ਤਾਂ ਉਸ ਜਗ੍ਹਾ 'ਤੇ ਫਿਰ ਹੋਰ ਕੀੜੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਕਿਰਲੀਆਂ ਖ਼ਤਮ ਹੋ ਗਈਆਂ, ਕਿਰਲੀਆਂ ਕੀੜੇ ਵੀ ਖਾ ਲੈਂਦੀਆਂ ਸੀ। ਸੋ ਇਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਹੋ ਗਈ। ਸੋ ਨਾਓ ਦਾ ਕੈਟਸ ਡੈਟ ਏਟ ਦਾ ਲਿਜ਼ਾਰਡ ਡਾਈਡ ਡਿਊ ਟੂ DDT ਪੋਇਜ਼ਨਿੰਗ। ਰੈਟ ਮੂਵ ਵਿਦ ਨਿਊ ਡੇਂਜਰ ਪਲੇਗ। ਹੁਣ ਕੈਟਸ ਵੀ ਮਰ ਗਈਆਂ, ਕਿਉਂਕਿ ਉਹਨਾਂ ਨੂੰ DDT ਅੰਦਰ ਚਲੇ ਗਈ। ਹੁਣ ਪਲੇਗ ਦੀ ਬਿਮਾਰੀ ਫੈਲ ਗਈ। ਸੋ ਉਹਦੇ ਨਾਲ ਐਮਰਜੈਂਸੀ ਕਾਲ ਆ ਗਈ, ਅਤੇ ਕੈਟਸ ਜੋ ਨੋਰਮਲ ਉੱਥੇ ਡਰੋਪ ਕੀਤੀਆਂ ਗਈਆਂ ਉਸ ਏਰੀਆ 'ਤੇ, ਜਿਹਦੇ ਦੇ ਅੰਦਰ DDT ਦਾ ਇਫੈਕਟ ਨਹੀਂ ਸੀ। ਸੋ ਕੈਮੀਕਲ ਦੇ ਨਾਲ ਕਿਸ ਤਰ੍ਹਾਂ ਜੋ ਬੈਲੈਂਸ ਹੈ ਨੇਚਰ ਦਾ, ਉਹ ਖ਼ਰਾਬ ਹੋਇਆ, ਤੁਸੀਂ ਇੱਥੋਂ ਦੇਖ ਸਕਦੇ ਹੋ। ਬਾਇਓਡਾਇਵਰਸਿਟੀ ਫਾਰ ਸੈਂਟੈਂਸ ਆਫ ਹਿਊਮਨ ਕਾਈਂਡ। ਡੀਅਰ ਸਟੂਡੈਂਟ, ਨੋ ਯੂ ਹੈਵ ਅੰਡਰਸਟੈਂਡ ਦਾ ਕੰਸੈਪਟ ਬਾਇਓਡਾਇਵਰਸਿਟੀ ਐਂਡ ਇਟਸ ਵੈਲਿਊ। ਲੈਟ ਅਸ ਨੋ ਫੋਕਸ ਆਵਰ ਅਟੈਂਸ਼ਨ how the biodiversity is for our subsistence. Subsistence meaning ਸਾਡਾ ਰਹਿਣ ਗੁਜ਼ਾਰੇ ਲਈ ਬਾਇਓਡਾਇਵਰਸਿਟੀ ਦਾ ਬਹੁਤ ਰੋਲ ਹੈ। ਸਬਸਿਸਟੈਂਸ ਕੀ ਹੈ? ਡੈਟ ਇਜ਼ ਦਾ ਫੂਡ ਐਂਡ ਡਰਿੰਕ ਡੈਟ ਪੀਪਲ, ਐਨੀਮਲ, ਪਲਾਂਟ ਨੀਡ ਟੂ ਲਿਵ, ਸਟੇ ਹੈਲਥੀ। ਖਾਣਾ ਪਾਣੀ ਜੋ ਚਾਹੀਦਾ ਹੈ। ਸੋ ਬਾਇਓਡਾਇਵਰਸਿਟੀ ਇੱਕ ਲਾਈਫ ਸਪੋਰਟਿੰਗ ਸਿਸਟਮ ਦਾ ਕੰਮ ਕਰਦਾ ਹੈ ਮਾਈਨਕਾਈਂਡ ਵਾਸਤੇ, ਕਿਉਂਕਿ ਇਹਦੇ ਤੋਂ ਸਾਨੂੰ ਫੂਡ, ਫਾਈਬਰ, ਟਿੰਬਰ, ਲੱਕੜੀ, ਫਰਨੀਚਰ ਦੀ, ਨੈਚੁਰਲ ਡਰੱਗਸ, ਮੈਨੀ ਪ੍ਰੋਡਕਟਸ ਮਿਲਦੇ ਨੇ। ਸੋ ਸਬਸਿਸਟੈਂਸ ਦੇ ਵਾਸਤੇ ਬਾਇਓਡਾਇਵਰਸਿਟੀ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। Nature has been very kind to man even since appearance on Earth's surface. The natural biodiversity has provided in abundance for subsistences of mankind. However, the present day man is at the crossroad where he has to choose between either two paths. One provide positive approach that should conserve biodiversity and lead harmony with the nature. Other apathy toward biodiversity, it will lead to pollution, depletion of natural resources, degradation, destruction of soil, forest and fisheries. Such degradation will cause extinction of many plants and animals. So
ਕੁਦਰਤ ਜੋ ਹੈ, ਜੋ ਨੇਚਰ ਹੈ, ਹਮੇਸ਼ਾ ਹੀ ਸਾਡੇ ਲਈ ਇੱਕ ਵਰਦਾਨ ਰਿਹਾ ਹੈ, ਦਿਆਲੂ ਰਿਹਾ ਹੈ ਜਦੋਂ ਤੋਂ ਮਨੁੱਖ ਦਾ ਜਨਮ ਹੋਇਆ ਹੈ। ਅਤੇ ਸਾਡੇ ਕੋਲ ਦੋ ਰਸਤੇ ਨੇ ਕਿ ਅਸੀਂ ਨੇਚਰ ਦੇ ਨਾਲ ਜੁੜਨਾ ਹੈ ਜਾਂ ਨੇਚਰ ਦੇ ਅਗੇਂਸਟ ਜਾਣਾ ਹੈ। ਜੇ ਅਸੀਂ ਨੇਚਰ ਦਾ ਖਿਆਲ ਰੱਖਾਂਗੇ, ਐਨੀਮਲ ਪਲਾਂਟ ਦਾ, ਅਤੇ ਨੇਚਰ ਬਚਿਆ ਰਹੇਗਾ, ਅਸੀਂ ਵੀ ਬਚਾਂਗੇ। ਜੇ ਅਸੀਂ ਆਪਣੀ ਡਿਵੈਲਪਮੈਂਟ ਦਾ ਹੀ ਖਿਆਲ ਰੱਖਾਂਗੇ ਤਾਂ ਪੋਲਿਊਸ਼ਨ ਹੋਏਗਾ, ਧਰਤੀ ਖਰਾਬ ਹੋਏਗੀ, ਮਿੱਟੀ ਖਰਾਬ ਹੋਏਗੀ, ਜੰਗਲਾਂ ਦੀ ਪ੍ਰੋਬਲਮ ਹੋਏਗੀ, ਕਈ ਐਨੀਮਲ ਮਰ ਜਾਣਗੇ, ਉਹਨਾਂ ਸਾਨੂੰ ਵੀ ਮੁਸੀਬਤ ਆਏਗੀ। ਇਹ ਹੁਣ ਸਾਡੇ ਹੱਥ ਹੈ। ਪਲਾਂਟ ਐਂਡ ਐਨੀਮਲ ਡਾਇਵਰਸਿਟੀ ਫਾਰ ਸਬਸਿਸਟੈਂਸ ਆਫ ਮੈਨਕਾਇੰਡ। ਸਾਡੇ ਗੁਜ਼ਾਰੇ ਵਾਸਤੇ ਪਲਾਂਟ ਅਤੇ ਐਨੀਮਲ ਕਾਫੀ ਰੋਲ ਪਲੇ ਕਰਦੇ ਨੇ। ਜਿਸ ਤਰ੍ਹਾਂ ਅਸੀਂ ਫੂਡ, ਮਿਲਕ ਅਤੇ ਹੋਰ ਪ੍ਰੋਡਕਟ ਲੈਂਦੇ ਹਾਂ, ਜਿਸ ਤਰ੍ਹਾਂ ਘੋੜਾ, ਹੋਰਸ, ਕੈਮਲ, ਊਂਠ, ਯਾਕ ਐਂਡ ਬੁਲਕ, ਇਹ ਸਟਾਰਟਿੰਗ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ। ਖੇਤੀਬਾੜੀ ਦੇ ਵਿੱਚ, ਭਾਰ ਢੋਣ ਦੇ ਵਿੱਚ। ਐਲੀਫੈਂਟ ਆਰ ਆਲਸੋ ਯੂਜ਼ਡ, ਐਲੀਫੈਂਟ ਦਾ ਯੂਜ਼ ਕੀਤਾ ਜਾਂਦਾ ਟਰਾਂਸਪੋਰਟੇਸ਼ਨ ਦੇ ਵਾਸਤੇ। ਆਰਮੀ ਵੀ ਇਹਦਾ ਯੂਜ਼ ਕਰਦੀ ਸੀ ਪਹਿਲੇ। ਕੈਟਲ, ਬਫੈਲੋ, ਗਾਵਾਂ, ਮੱਝਾਂ ਸਾਨੂੰ ਫੂਡ, ਮਿਲਕ ਦਿੰਦੀਆਂ। ਮੀਟ, ਪਿਗ ਜੋ ਹੈ ਐਫੀਸ਼ੀਐਂਟ ਮੀਟ ਬਰੀਡਰ ਹੈ। ਇਨ ਡਿਫਰੈਂਟ ਰੀਜਨ ਆਫ ਦਾ ਵਰਲਡ, ਜੈਸੇ ਫਰੋਗ, ਲਿਜ਼ਾਰਡ, ਸਨੇਕ, ਕੋਕਰੋਚ, ਅਰਥਵਰਮ, ਇਹਨਾਂ ਨੂੰ ਖਾਇਆ ਜਾਂਦਾ ਹੈ। ਸੋ ਇਹ ਇੱਕ ਫੂਡ ਦਾ ਹੀ ਹਿੱਸਾ ਹੈ ਬਾਇਓਡਾਇਵਰਸਿਟੀ। ਤੁਸੀਂ ਦੇਖ ਸਕਦੇ ਐਨੀਮਲ ਅਤੇ ਪਲਾਂਟ। ਸੋ ਸੀਰੀਅਲ, ਅਨਾਜ ਦੀ ਜੇ ਗੱਲ ਕਰੀਏ, ਸਾਡੀ ਡਾਇਟ 'ਚ ਕਾਫੀ ਰੋਲ ਪਲੇ ਕਰਦਾ ਹੈ। ਸਟਾਰਟਿੰਗ ਤੋਂ ਹੀ ਸਾਡੀ ਸੱਭਿਅਤਾ ਜਦੋਂ ਬਣੀ, ਮਨੁੱਖ ਸੱਭਿਅਤ ਹੋਇਆ। ਬਾਰਲੇ ਹੋ ਗਿਆ, ਮਿਲਟ ਹੋ ਗਏ, ਓਟ, ਰਾਈ, ਸੋਰਗਮ, ਵੀਟ, ਰਾਈਸ। ਉਹਦੇ ਬਾਅਦ ਮੇਨ ਕ੍ਰੌਪ ਜਿਸ ਤਰ੍ਹਾਂ ਆਇਲ, ਕਪਾਹ, ਕੋਟਨ ਹੋ ਗਿਆ, ਕੋਕੋਨਟ ਹੋ ਗਿਆ, ਗਰੇਪ ਸੀਡ ਹੋ ਗਏ, ਮਸਟਰਡ, ਗਰਾਊਂਡਨਟ, ਸਨਫਲਾਵਰ, ਆਇਲ ਪਾਮ। ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਫਾਇਦਾ ਘਰ ਦੇ ਵਿੱਚ, ਗਰੋਸਰੀ ਦਾ ਸਮਾਨ। ਬਾਕੀ ਵੈਜੀਟੇਬਲਸ, ਫਰੂਟ ਸਾਨੂੰ ਵਿਟਾਮਿਨ ਅਤੇ ਹੋਰ ਮਿਨਰਲਸ ਪ੍ਰੋਵਾਈਡ ਕਰਵਾਉਂਦੇ ਨੇ। ਇਹਦੇ ਵਿੱਚ ਔਰੇਂਜ, ਮੈਂਗੋ, ਐਪਲ, ਪਾਈਨਐਪਲ, ਬਨੈਨਾ, ਸ਼ੂਗਰ ਕੇਨ, ਸ਼ੂਗਰ ਬੀਟ, ਡੇਟ ਪਾਮ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਇਓਡਾਇਵਰਸਿਟੀ ਜਿਹੜੀ ਹੈ ਸਾਡੀ, ਐਨੀਮਲ ਅਤੇ ਪਲਾਂਟ, ਇੱਕ ਸਸਟੀਸਟੈਂਸ ਆਫ ਮੈਨਕਾਇੰਡ ਦਾ ਕੰਮ ਕਰਦਾ ਹੈ। ਇਹ ਸਾਡਾ ਗੁਜ਼ਾਰਾ ਕਰ ਸਕਦਾ ਹੈ। ਪਰ ਕੁਦਰਤ ਸਾਡੀ ਕਦੇ ਵੀ ਲਾਲਚ ਨੂੰ ਸ਼ਾਂਤ ਨਹੀਂ ਕਰ ਸਕਦਾ। ਸਾਡੀਆਂ ਲਗਭਗ ਸਾਰੀਆਂ ਜ਼ਰੂਰਤਾਂ ਕੁਦਰਤ ਪੂਰੀਆਂ ਕਰਦਾ ਹੈ। ਰਿਸੋਰਸਿਸ ਲਿਮੀਟੇਸ਼ਨ, ਰਿਸੋਰਸ ਜਿਸ ਤਰ੍ਹਾਂ ਲੈਂਡ, ਵਾਟਰ, ਮਿਨਰਲ, ਬਾਇਓਲੋਜੀਕਲ ਰਿਸੋਰਸਿਸ। ਸੋ ਰਿਸੋਰਸ ਜੋ ਹੈ ਉਹਨਾਂ ਦੀ ਲਿਮੀਟੇਸ਼ਨ ਹੈ। ਇਫ ਵੀ ਯੂਜ਼ ਮੈਨ ਵਿਜ਼ਡਮ ਫਾਰ ਐਕਸਪੀਰੀਅੰਸ ਫਾਰ ਪ੍ਰੋਪਰ ਐਂਡ judicious use of natural resources, we will not have to face resource limitation and for limited space of time. जैसे due to advanced technology we can get 7 times more electrical power from 1 ton of coal than we did in 19th. Similarly, we have been able to produce high yielding variety which up to 240 egg per year, ਜਿੱਥੇ ਸਟਾਰਟਿੰਗ 'ਚ ਅਸੀਂ 60 ਐਗ ਲੈਂਦੇ ਸੀ। ਸੋ ਰਿਸੋਰਸ ਕਈ ਲਿਮੀਟੇਸ਼ਨ ਹੈ। ਅਸੀਂ ਕਿਸ ਤਰ੍ਹਾਂ ਰਿਸੋਰਸਿਸ ਨੂੰ ਯੂਜ਼ ਕਰਨਾ ਹੈ ਅਤੇ ਕਿਸ ਤਰ੍ਹਾਂ ਅਸੀਂ ਨਵੇਂ ਰਿਸੋਰਸਿਸ ਪੈਦਾ ਕਰਨੇ, ਕਿਉਂਕਿ ਜਿਸ ਤਰ੍ਹਾਂ ਜਨਸੰਖਿਆ ਵੱਧ ਰਹੀ ਹੈ, ਸਾਡੇ ਜਿਹੜੇ ਰਿਸੋਰਸਿਸ ਹੈ ਉਹ ਪੂਰੇ ਨਹੀਂ ਹੈ। ਮੈਥਲਿਸ ਜੋ ਹੈ, ਇਹਦੀ ਇੱਕ ਥਿਊਰੀ ਹੈ ਜੋ ਕਹਿੰਦੀ ਹੈ ਪੋਪੂਲੇਸ਼ਨ ਡਜ਼ ਨੋਟ ਚੈੱਕ। ਜੇ ਅਸੀਂ ਪੋਪੂਲੇਸ਼ਨ 'ਤੇ ਨਹੀਂ ਰੋਕ ਲਗਾਵਾਂਗੇ, ਇਨਕਰੀਜ਼ ਇਨ ਜੋਮੈਟਰੀਕਲ ਰੇਸ਼ੋ, ਫੂਡ ਐਂਡ ਅਦਰ ਰਿਸੋਰਸਿਸ ਅਰਿਥਮੈਟਿਕ ਰੇਸ਼ੋ 'ਚ ਵੱਧਦੇ ਨੇ। So beyond a certain limit, we cannot use increase our natural resources. Let us now study the limitation of natural resources. So natural resources ਦੀ limitations ਹੈ। ਮੈਥਲਿਸ ਦੀ ਇਕੁਏਸ਼ਨ ਕਹਿੰਦੀ ਹੈ ਜਿਹੜੀ ਪੋਪੂਲੇਸ਼ਨ ਹੈ ਉਹ ਜੋਮੈਟਰੀਕਲ ਵੱਧਦੀ ਹੈ ਅਤੇ ਸਾਡੀ ਜਿਹੜੀ ਰਿਸੋਰਸਿਸ ਹੈ ਉਹ ਅਰਿਥਮੈਟੀਕਲ ਹੈ। ਸੋ ਜੋਮੈਟਰੀਕਲ ਤੁਸੀਂ ਪੜ੍ਹ ਸਕਦੇ ਹੋ 1 ਦੀ ਪਾਵਰ 2, 2 ਦੀ ਪਾਵਰ, ਇਹ ਜਲਦੀ ਤੇਜ਼ੀ ਨਾਲ ਵੱਧ ਰਿਹਾ ਹੈ। ਬਟ ਜੇ ਅਸੀਂ ਗੱਲ ਕਰੀਏ ਦੂਸਰੇ ਰਿਸੋਰਸਿਸ ਦੀ ਤਾਂ ਉਹ 2, 4, 6 ਇਹ ਘੱਟ ਵੱਧ ਹੈ। ਤਾਂ ਇਸ ਵਜ੍ਹਾ ਨਾਲ ਰਿਸੋਰਸਿਸ ਜਲਦੀ ਖਤਮ ਹੋ ਜਾਂਦੇ ਨੇ। ਲਿਮੀਟੇਸ਼ਨ ਆਫ ਲੈਂਡ, ਸੋ ਲੈਂਡ ਦੇ ਰਿਸੋਰਸਿਸ ਜੋ ਹੈ ਉਹਨਾਂ ਦੀ ਲਿਮੀਟੇਸ਼ਨ ਹੈ। ਇੰਡੀਆ ਦੀ ਜੇ ਗੱਲ ਕਰੀਏ 'ਚ 43% ਆਫ ਲੈਂਡ ਜੋ ਹੈ ਇਜ਼ ਕਵਰਡ ਬਾਈ ਪਲੇਨ, 28% ਇਟਸ ਪਲੇਟਿਊਜ਼ ਐਂਡ ਲੈਸ ਦੈਨ 30% ਦੇ ਵਿੱਚ ਮਾਊਂਟੇਨ ਐਂਡ ਹਿੱਲ ਆਉਂਦੀਆਂ ਨੇ। ਇਨ ਆਲ ਓਨਲੀ 62% ਆਫ ਆਵਰ ਟੋਟਲ ਲੈਂਡ ਏਰੀਆ ਇਟ ਇਜ਼ ਟੋਪੋਗ੍ਰਾਫੀਕਲ ਯੂਜ਼ੇਬਲ। 62% ਏਰੀਆ ਦਾ ਅਸੀਂ ਯੂਜ਼ ਕਰ ਸਕਦੇ ਹਾਂ। ਲੈਂਡ ਇੱਕ ਬੇਸਿਕ ਰਿਸੋਰਸਿਸ ਹੈ ਡੈਟ ਇਜ਼ ਫਾਊਂਡੇਸ਼ਨ ਇਨ ਵਿਚ ਇੰਟਾਇਰ ਇਕੋਲੋਜੀਕਲ ਸਿਸਟਮ, ਉਹਦੇ ਉੱਤੇ ਸਾਰੇ ਸਿਸਟਮ ਕੰਮ ਕਰਦੇ ਨੇ। ਸੋ ਇਟ ਇਜ਼ ਲਿਵਿੰਗ ਗਰਾਊਂਡ, ਇੱਕ ਲਿਵਿੰਗ ਗਰਾਊਂਡ ਹੈ ਜੋ ਸਾਰਿਆਂ ਨੂੰ ਸਪੋਰਟ ਕਰਦਾ ਹੈ। ਇਟ ਸੀਮ ਟੂ ਬੀ ਏ ਲਿਮਿਟਲੈਸ ਰਿਸੋਰਸ ਬਟ ਲੈਂਡ ਇਜ਼ ਅੰਡਰ ਦਾ ਗ੍ਰੇਟ ਪ੍ਰੈਸ਼ਰ
ਡਿਊ ਟੂ ਇਨਕਰੀਜ਼ ਇਨ ਪੋਪੂਲੇਸ਼ਨ। ਹੁਣ ਪੋਪੂਲੇਸ਼ਨ ਵੱਧ ਰਹੀ ਆ, ਉਹਦੇ ਨਾਲ ਲੈਂਡ 'ਤੇ ਕਾਫੀ ਪ੍ਰੈਸ਼ਰ ਹੈ। ਲੈਂਡ ਮਾਸ ਦੀ ਜੇ ਗੱਲ ਕਰੀਏ, ਇਹ 'ਚ 238 ਮਿਲੀਅਨ ਪੀਪਲ ਰਹਿੰਦੇ ਨੇ ਸੀ 1901 ਦੇ ਵਿੱਚ, ਹੁਣ 780 ਮਿਲੀਅਨ ਪੀਪਲ ਨੇ। ਸੋ ਇਹ ਵੱਧ ਰਹੇ ਨੇ। ਸੋ ਲੈਂਡ ਦੀ ਲਿਮੀਟੇਸ਼ਨ ਤੁਸੀਂ ਇੱਥੋਂ ਸਮਝ ਲਈ ਹੋਏਗੀ। ਅਸੀਂ ਲੋਕਾਂ ਨੂੰ ਘਰ ਵੀ ਬਣਾ ਕੇ ਦੇਣੇ ਨੇ ਲੈਂਡ ਦੇ ਉੱਤੇ, ਖੇਤੀਬਾੜੀ ਵੀ ਕਰਨੀ ਹੈ, ਸਕੂਲ ਕਾਲਜਿਸ ਹੌਸਪੀਟਲ ਵੀ ਖੋਲ੍ਹਣੇ ਨੇ, ਅਸੀਂ ਫੈਕਟਰੀਆਂ ਵੀ ਲਗਾਉਣੀਆਂ ਨੇ। ਸੋ ਲੈਂਡ ਦੀ ਲਿਮਿਟ ਹੈ, ਇਸ ਲਈ ਜਨਸੰਖਿਆ ਵਧਣ ਦੇ ਨਾਲ ਲੈਂਡ ਦਾ ਲਿਮਿਟੇਸ਼ਨ ਆ ਰਹੀ ਹੈ। ਸੋਇਲ ਮਿੱਟੀ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ। ਇਹਦੇ ਵਿੱਚ ਅਸੀਂ ਫੋਡਰ ਜੋ ਐਨੀਮਲ ਦਾ ਚਾਰਾ ਮਿੱਟੀ 'ਤੇ ਮਿਲਦਾ ਹੈ। ਵੈਜੀਟੇਸ਼ਨ ਜੋ ਹੈ, ਜੋ ਇਹਦੇ ਵਿੱਚ ਫੂਡ ਦੀ ਡਿਮਾਂਡ ਲਈ ਪੋਪੂਲੇਸ਼ਨ ਵੱਧ ਰਹੀ ਹੈ, ਉਹਦੇ ਵਾਸਤੇ ਸਾਨੂੰ ਸੋਇਲ ਨੂੰ ਜ਼ਿਆਦਾ ਯੂਜ਼ ਕਰਨਾ ਪੈ ਰਿਹਾ, 'ਚ ਕੈਮੀਕਲ ਜ਼ਿਆਦਾ ਐਡ ਕਰਨੇ ਪੈ ਰਹੇ ਆ ਫਰਟੀਲਿਟੀ ਵਾਸਤੇ। ਇਹਦੇ ਵਿੱਚ ਟੂ ਰਿਸਟੋਰ ਪ੍ਰੋਡਕਟੀਵਿਟੀ ਸੋਲ ਟੂ ਮਿਨੀਮਾਈਜ਼ ਸੋਲਰਿਜ਼ਮ। ਸੋ ਸਾਨੂੰ ਕੀ ਕਰਨਾ ਪਵੇਗਾ, ਜਿਹੜੀ ਉਹਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਣਾ ਪਵੇਗਾ, ਮਿੱਟੀ ਨੂੰ ਖੁਰਨ ਤੋਂ ਬਚਾਉਣਾ ਪਵੇਗਾ। ਸੋ ਓਵਰ ਯੂਜ਼ ਆਫ ਸੋਇਲ ਵਿਦਆਊਟ ਰੈਸਟ ਮੇਕ ਇਟ ਡੈਫੀਸ਼ੀਐਂਟ ਆਫ ਇੰਟਾਇਰ ਨਿਊਟਰੀਐਂਟ, lose its fertility. Rotation of crop vegetables such as pea and bean can remove deficiency of nutrient. They add nitrogen to soil which increase the binding property as well as productivity. So ਅਸੀਂ ਜੇ ਗੱਲ ਕਰੀਏ ਸੋਇਲ, ਜੇ ਖੇਤੀਬਾੜੀ ਦੀ ਗੱਲ ਕਰੀਏ, ਅਸੀਂ ਘੱਟ ਉਪਜਾਊ ਜ਼ਮੀਨ ਦੇ ਉੱਤੇ ਫਸਲ ਨਹੀਂ ਕਰ ਸਕਦੇ। ਸੋ ਅਸੀਂ ਘੱਟ ਦਾਣੇ ਪੈਦਾ ਕਰਨ ਦੇ ਨਾਲ ਜ਼ਿਆਦਾ ਲੋਕਾਂ ਨੂੰ ਖਾਣਾ ਨਹੀਂ ਦੇ ਸਕਦੇ। ਇਸ ਲਈ ਸਾਨੂੰ ਜ਼ਿਆਦਾ ਫਸਲ ਉਗਾਉਣੀ ਪੈਂਦੀ, ਜ਼ਿਆਦਾ ਝਾੜ ਵਾਲੀ, ਇਸ ਲਈ ਸਾਨੂੰ ਖਾਦਾਂ ਜ਼ਿਆਦਾ ਪਾਉਣੀਆਂ ਪੈਂਦੀਆਂ ਨੇ। ਸੋ ਅਸੀਂ ਜ਼ਿਆਦਾ ਯੂਰੀਆ ਹੋਰ ਖਾਦਾਂ ਪਾਉਣ ਦੇ ਨਾਲ ਮਿੱਟੀ ਦੀ ਜਿਹੜੀ ਕੁਦਰਤੀ ਸ਼ਮਤਾ ਖਤਮ ਹੋ ਜਾਂਦੀ ਹੈ। ਇਸ ਲਈ ਸਾਨੂੰ ਚਾਹੀਦਾ ਦਾਲਾਂ ਵਗੈਰਾ ਗਰੋ ਕਰੀਏ ਤਾਂ ਕਿ ਨਾਈਟ੍ਰੋਜਨ ਦੀ ਕਮੀ ਸੋਇਲ ਦੀ ਪੂਰੀ ਹੋਵੇ। ਸੋ ਇੰਟੀਗ੍ਰੇਟਡ ਪੈਸਟ ਮੈਨੇਜਮੈਂਟ IPM ਦਾ ਯੂਜ਼ ਕਰਨਾ ਜ਼ਰੂਰੀ ਹੈ। ਇਹਦੇ ਨਾਲ ਅਸੀਂ ਕੈਮੀਕਲ ਵੀ ਯੂਜ਼ ਕਰਨੇ ਨੇ ਅਤੇ ਨੈਚੁਰਲ ਵੀ, ਪਰ ਇੱਕ ਇਸ ਤਰੀਕੇ ਨਾਲ ਕਿ ਸੋਇਲ ਜਿਹੜੀ ਆ ਉਹ ਖ਼ਰਾਬ ਨਾ ਹੋਵੇ। ਜਿਸ ਤਰ੍ਹਾਂ ਅਸੀਂ ਪਲਾਂਟਿੰਗ ਆਫ ਸਾਲਟ ਰਜਿਸਟੈਂਟ ਪਲਾਂਟ, ਜਿਸ ਤਰ੍ਹਾਂ ਬਾਰਲੇ, ਸੋਇਆ, ਕੋਟਨ, ਸਪਿਨਚ, ਇਹ ਜ਼ਿਆਦਾ ਸਾਲਟ ਏਰੀਆ 'ਤੇ ਵੀ ਗਰੋ ਕਰ ਜਾਂਦੇ ਨੇ। ਸੋ ਇਹਨਾਂ ਸਾਲਟ ਦੀ ਪ੍ਰੋਬਲਮ ਸੋਇਲ ਦੀ ਖਤਮ ਹੋ ਜਾਂਦੀ ਹੈ। ਇਰੀਗੇਸ਼ਨ ਜੋ ਸਿੰਚਾਈ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਪਾਣੀ ਲੱਗਦਾ ਫਸਲਾਂ ਨੂੰ। ਉਹਦੇ ਵਾਸਤੇ ਸਾਨੂੰ ਡਰਿਪ ਇਰੀਗੇਸ਼ਨ, ਫਾਊਂਟੇਨ ਸਿਸਟਮ ਦਾ ਯੂਜ਼ ਕਰਨਾ ਚਾਹੀਦਾ। ਉਹਨਾਂ ਫਸਲਾਂ ਦਾ ਯੂਜ਼ ਕਰਨਾ ਚਾਹੀਦਾ ਜਿਹੜੇ ਘੱਟ ਪਾਣੀ 'ਚ ਹੋਣ, ਜਿਸ ਤਰ੍ਹਾਂ ਝੋਨੇ ਨੂੰ ਕਾਫੀ ਪਾਣੀ ਲੱਗਦਾ ਹੈ। ਤਾਂ ਇਸ ਲਈ ਪਾਣੀ ਨੂੰ ਬਚਾਉਣਾ ਜ਼ਰੂਰੀ ਹੈ। ਸੋ ਪਾਣੀ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਪਾਣੀ ਜੋ ਹੈ ਐਵਰੀਥਿੰਗ ਜੋ ਹੈ ਪਾਣੀ 'ਚ ਹੀ ਹੁੰਦੀ ਹੈ, ਪਾਣੀ ਹੀ ਬਚਾਉਂਦਾ ਹੈ। ਧਰਤੀ ਦੇ ਉੱਤੇ 70 ਤੋਂ ਜ਼ਿਆਦਾ % ਤੱਕ ਪਾਣੀ ਹੈ, ਪਰ ਜਿਹੜਾ ਪੀਣ ਲਾਇਕ ਪਾਣੀ ਬੜਾ ਘੱਟ ਹੈ। ਖੇਤੀਬਾੜੀ ਕਰਨ ਦੇ ਨਾਲ ਕਾਫੀ ਪਾਣੀ ਖਤਮ ਹੋ ਗਿਆ। ਮਿਨਰਲ ਸੋਰਸਿਸ ਦੀ ਵੀ ਲਿਮੀਟੇਸ਼ਨ ਹੈ। ਮਿਨਰਲ ਵੀ ਹੌਲੀ ਹੌਲੀ ਖਤਮ ਹੋ ਰਹੇ ਨੇ ਜ਼ਮੀਨ ਦੇ ਵਿੱਚੋਂ, ਅਤੇ ਖਤਰਨਾਕ ਕੈਮੀਕਲ ਐਡ ਹੋ ਰਹੇ ਨੇ, ਜਿੱਦਾਂ ਯੂਰੇਨੀਅਮ, ਡਾਇਮੰਡ, ਨੋਨ ਫੈਰਸ ਅਲੋਏ, ਕਰੂਡ ਆਇਲ, ਇਹ ਆ ਰਹੇ ਨੇ। ਤਾਂ ਇਹਨਾਂ ਮਿੱਟੀ ਦੇ ਵਿੱਚ ਪੋਇਜ਼ਨ ਵੱਧ ਰਿਹਾ ਹੈ। ਲਿਮੀਟੇਸ਼ਨ ਆਫ ਬਾਇਓਲੋਜੀਕਲ ਸੋਰਸਿਸ ਦੇ ਵਿੱਚ ਵਾਈਲਡ ਐਨੀਮਲਸ ਜੋ ਨੇ, ਫੋਡਰ, ਫਾਈਬਰ, ਫਰੂਟ, ਫਿਊਲ ਵੁੱਡ, ਟਿੰਬਰ, ਇਹਦਾ ਸਾਨੂੰ ਕਮੀ ਆ ਰਹੀ ਹੈ ਕਿਉਂਕਿ ਇਹ ਦਰਖਤ ਅਸੀਂ ਕੱਟ ਦਿੱਤੇ ਨੇ, ਅਸੀਂ ਫੈਕਟਰੀਆਂ ਲਗਾ ਰਹੇ ਹਾਂ। ਫੋਰੈਸਟ ਆਰ ਰਿਸਪੋਂਸਿਬਲ ਫਾਰ ਰਿਸਾਈਕਲਿੰਗ 1000 ਟਨ ਆਫ ਕਾਰਬਨ ਡਾਈਆਕਸਾਈਡ ਐਂਡ ਆਕਸੀਜਨ ਐਵਰੀ ਡੇ। ਕਾਰਬਨ ਡਾਈਆਕਸਾਈਡ ਨੂੰ ਜੰਗਲ ਖਤਮ ਕਰਦੇ ਨੇ, ਆਕਸੀਜਨ ਪ੍ਰੋਡਿਊਸ ਕਰਦੇ ਨੇ। ਇਸ ਨਾਲ ਕਾਰਬਨ ਡਾਈਆਕਸਾਈਡ ਦਾ ਵੀ ਲੋਡ ਵੱਧ ਰਿਹਾ ਹੈ, ਇਹਨਾਂ ਗਲੋਬਲ ਵਾਰਮਿੰਗ ਹੋ ਰਹੀ ਹੈ। ਮੈਨੀ ਟਾਈਪ ਆਫ ਇਨਸੈਕਟ, ਰਿਪਟਾਈਲ, ਬਰਡ ਐਂਡ ਮੈਮਲ ਵਿਚ ਲਿਵ ਇਨ ਫੋਰੈਸਟ ਯੂਜ਼ਫੁਲ ਬਾਇਓਲੋਜੀਕਲ ਸੋਰਸਿਸ ਦਾ ਕੰਮ ਕਰਦੇ ਸੀ, ਮੈਨ ਇਹਨੂੰ ਡਿਸਟਰੋਏ ਕਰ ਰਿਹਾ। ਇਸ ਨਾਲ ਕਈ ਜਾਨਵਰ ਵਿਲੁਪਤ ਵੀ ਹੋ ਗਏ ਨੇ। ਇਕੋਲੋਜੀਕਲ ਰੋਲ ਆਫ ਬਾਇਓਡਾਇਵਰਸਿਟੀ ਦਾ ਇਕੋਲੋਜੀਕਲ ਰੋਲ ਹੈ। ਇਕੋਲੋਜੀਕਲ ਨਿਸ਼ ਹੈ ਜਿੱਥੇ ਅਸੀਂ ਆਪਣੀ ਫੰਕਸ਼ਨਲ ਐਕਟੀਵਿਟੀ ਪਰਫੋਰਮ ਕਰਦੇ ਹਾਂ। ਸੋ ਇਕੋਲੋਜੀਕਲ ਰੋਲ ਬਾਇਓਡਾਇਵਰਸਿਟੀ ਦਾ ਡਿਫਰੈਂਟ ਕਮਿਊਨਿਟੀ ਜੋ ਹੈ ਉਹਨੂੰ ਸੰਭਾਲਦੀ ਹੈ। ਰੇਨ ਫੋਰੈਸਟ, ਕੋਰਲ ਰੀਫ, ਹਾਈ ਸਪੀਸੀਜ਼ ਡਾਇਵਰਸਿਟੀ ਹੈ, ਪਰ ਜੇ ਅਸੀਂ ਇਹਦੇ ਉੱਤੇ ਪੋਲਿਊਸ਼ਨ ਕ੍ਰੀਏਟ ਕਰਾਂਗੇ ਤਾਂ ਖਤਮ ਹੋ ਜਾਏਗੀ। So variable environment, individual species with different characteristics make it stable. For example, if in a community all plant of species have similar water requirement, all of them will suffer from water shortage. In any year having scanty rainfall, in such year there will be the fewer yield. In other hand, if due genetic variation, the different plant of species require different water requirement, all of them will not have to face environment stress. Such year and there will be satisfactory
ਯੀਲਡ ਐਵਰੀ ਡੇ। ਸੋ ਜੇ ਅਸੀਂ ਆਪਣੀ ਜੈਨੇਟਿਕ ਵੈਰਾਈਟੀ ਬਚਾਈਏ, ਇਕੋਲੋਜੀਕਲ ਬਚਾਈਏ, ਸਪੀਸੀਜ਼ ਬਚਾਈਏ, ਤਾਂ ਅਸੀਂ ਬਾਇਓਡਾਇਵਰਸਿਟੀ ਬਚਾ ਸਕਦੇ ਹਾਂ। ਸਾਨੂੰ ਇਸ ਤਰ੍ਹਾਂ ਦੀ ਵੈਰਾਈਟੀ ਗਰੋ ਕਰਨੀ ਚਾਹੀਦੀ ਜਿਹੜੀ ਪਾਣੀ ਨੂੰ ਸੰਭਾਲੇ। ਝੋਨਾ ਲਗਾਉਣਾ ਘੱਟ ਕਰਨਾ ਚਾਹੀਦਾ ਪੰਜਾਬ ਦੇ ਵਿੱਚ, ਕਿਉਂਕਿ ਝੋਨੇ ਦੇ ਨਾਲ ਕਾਫੀ ਪਾਣੀ ਖਤਮ ਹੋ ਰਿਹਾ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਅਤੇ ਤੁਸੀਂ ਇਹਦੀ ਐਕਸਰਸਾਈਜ਼ ਦੇ ਕੁਐਸਚਨ ਸੋਲਵ ਕਰਨੇ ਨੇ। ਆਈ ਹੋਪ ਤੁਹਾਨੂੰ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ। ਅਤੇ ਜੇ ਕੋਈ ਵੀ ਇਹਦੇ ਰਿਗਾਰਡਿੰਗ ਤੁਹਾਨੂੰ ਪ੍ਰੋਬਲਮ ਹੈ, ਕੁਛ ਕਨਫਿਊਜ਼ਨ ਹੈ, ਯੂ ਕੈਨ ਕੰਟੈਕਟ ਮੀ ਐਨੀ ਟਾਈਮ। ਥੈਂਕਸ ਫॉर ਵਾਚਿੰਗ। ਜਲਦੀ ਅਸੀਂ ਇੱਕ ਨਵੇਂ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ। ਧੰਨਵਾਦ।